ਸ੍ਰੀ ਵਾਹਿਗੁਰੂ ਸਾਹਿਬ ਜੀ। ਰਹਿਣ ਦਿਨ ਸੁਪਰਭਾਤ ਤੂੰ ਹੈ ਹੀ ਗਾਵਣਾ, ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ। ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ। ਭਗਤ ਜਨਾ ਕੈ ਸੰਗ ਪਾਪ ਗਵਾਵਣਾ। ਜਨ ਨਾਨਕ ਸਦ ਬਲਹਾਰੈ, ਬਲ ਬਲ ਜਾਵਣਾ। ਜਨ ਨਾਨਕ ਸਦ ਬਲਹਾਰੇ, ਬਲ ਬਲ ਜਾਵਣਾ। ਸੋ ਕੋ ਟਲ ਗੁਰ ਸੇਵੀਐ, ਅਹਨਿ ਸਹਿਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਕਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਚੌਥਾ। ਅੰਤਰ ਅਗਿਆਨ ਪਾਈ ਮਤ ਮਤਮ, ਸਤਿਗੁਰ ਕੀ ਪ੍ਰਤੀਤ ਨਾਹੀ। ਅੰਦਰ ਕਪਟ ਸਭ ਕਪਟੋ ਕਰ ਜਾਣੈ, ਕਪਟੇ ਖਪੇ ਖਪਾਹੀ। ਅੰਤਰ ਅਗਿਆਨ ਪਈ ਮਤ ਮਤਮ, ਸਤਿਗੁਰ ਕੀ ਪ੍ਰਤੀਤ ਨਾਹੀ। ਅੰਦਰ ਕਪਟ ਸਭ ਕਪਟੋ ਕਰ ਜਾਣੈ, ਕਪਟੇ ਖਪੇ ਖਪਾਹੀ। ਸਤਿਗੁਰ ਕਾ ਭਾਣਾ ਚਿਤ ਨ ਆਵੈ, ਆਪਣੇ ਸੁਆਇ ਫਿਰਾਹੀ। ਕਿਰਪਾ ਕਰੇ ਜੇ ਆਪਣੀ, ਤਾ ਨਾਨਕ ਸ਼ਬਦ ਸਮਾਹੀ। ਮਹੱਲਾ ਚੌਥਾ। ਮਨ ਮੁਖ ਮਾਇਆ ਮੋਹ ਵਿਆਪੇ, ਦੂਜੇ ਪਾਏ ਮਨੁ ਆਚਰ ਨਾਹਿ। ਅਨ ਦਿਨ ਜਲਤ ਰਹੈ ਦਿਨ ਰਾਤੀ, ਹਉ ਮੈਂ ਖਪੇ ਖਪਾਹੀ। ਅੰਤਰ ਲੋਭ ਮਹਾ ਗੁਬਾਰਾ, ਤਿਨ ਕੈ ਨਿਕਟ ਨ ਕੋਈ ਜਾਹੇ। ਓਏ ਆਪ ਦੁਖੀ ਸੁਖ ਕਬਹੂ ਨ ਪਾਏ, ਜਨਮ ਮਰਹਿ ਮਰ ਜਾਹੇ। ਨਾਨਕ ਬਖਸ਼ ਲਏ ਪ੍ਰਭ ਸਾਚਾ, ਜੇ ਗੁਰ ਚਰਨੀ ਚਿਤ ਲਾਹੇ। ਪੌੜੀ। ਸੰਤ ਭਗਤ ਪਰਵਾਣ, ਜੋ ਪ੍ਰਭ ਪਾਇਆ। ਸੇਈ ਬਚਖਣ ਜਾਂਤਾ, ਜਿਨੇ ਹਰਿ ਧਿਆਇਆ। ਅੰਮ੍ਰਿਤ ਨਾਮ ਨਿਦਾਨ, ਭੋਜਨ ਖਾਇਆ। ਸੰਤ ਜਨਾ ਕੀ ਧੂਰ ਮਸਤਕ ਲਾਇਆ। ਨਾਨਕ ਪਏ ਪੁਨੇ ਹਰਿ ਤੀਰਥ ਨਾਇਆ। ਨਾਨਕ ਭਏ ਪੁਨੀਤ ਹਰਿ ਤੀਰਥ ਨਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ, ਇਹ ਜੀ ਮੁਬਾਰਕ ਬਚਨ ਆਪ ਜੀਆਂ ਨੇ ਸਰਵਣ ਕੀਤੇ ਹਨ। ਹੁਕਮਨਾਮਾ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਦਰਬਾਰ ਤੋਂ ਇਹ ਜੋ ਸ਼ਬਦ ਹੈ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅੰਦਰ 652 ਅਤੇ 653 ਅੰਗ ਦੀ ਸਵਾਇਮਾਨ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਬਚਨ, ਇਹ ਜੋ ਸਰੋਗ ਪਹਿਲੇ ਦੋ ਉਚਾਰਨ ਕੀਤੇ ਹੋਏ ਹਨ।
ਪਹਿਲਾ ਸ਼ਲੋਕ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ, ਦੂਸਰਾ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ, ਤੇ ਪੌੜੀ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਉਚਾਰਨ ਕੀਤੀ ਹੋਈ ਜੋ ਸਤਿਗੁਰ ਦੇ ਮੁਬਾਰਕ ਬਚਨ ਆਪਾਂ ਸਰਵਣ ਕਰ ਰਹੇ ਹਾਂ। ਬੜੀ ਪਿਆਰ ਤੇ ਸ਼ਰਧਾ ਦੇ ਨਾਲ ਜੁੜਨਾ ਕਰੀਏ। ਸ਼ਲੋਕ ਮਹੱਲਾ ਚੌਥਾ। ਚੌਥੀ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਇਸ ਸ਼ਲੋਕ ਦੇ ਵਿੱਚ। ਸ਼ਲੋਕ ਵੀ ਇੱਕ ਛੰਦ ਦਾ ਨਾਮ ਹੈ। ਅੰਤਰ ਅਗਿਆਨ ਭਈ ਮਤ ਮਦਮੋ, ਸਤਿਗੁਰ ਕੀ ਪ੍ਰਤੀਤ ਨਾਹੀ। ਅੰਤਰ ਅਗਿਆਨ, ਜਦੋਂ ਅਗਿਆਨ ਦਾ ਗੁਬਾਰ ਛਾਇਆ ਹੋਵੇ ਤੇ ਪਿਆਰੇ ਮਤ ਨਹੀਂ ਕੰਮ ਕਰਦੀ। ਮਤ ਆਪਣੇ ਆਪ ਹੀ ਸਲੋ ਹੋ ਜਾਂਦੀ ਹੈ। ਜਦੋਂ ਸਤਿਗੁਰੂ ਤੇ ਯਕੀਨ ਨਹੀਂ ਆਉਂਦਾ, ਸਤਿਗੁਰੂ ਤੇ ਭਰੋਸਾ ਨਹੀਂ ਹੁੰਦਾ, ਮਤ ਟਿਕਾਣੇ ਦੇ ਵਿੱਚ ਹੀ ਨਹੀਂ ਰਹਿੰਦੀ। ਅੰਤਰ ਅਗਿਆਨ, ਜਦੋਂ ਅਗਿਆਨ ਦਾ ਅੰਧੇਰਾ ਛਾਇਆ ਹੋਵੇ ਉਸ ਵੇਲੇ। ਕੱਲ੍ਹ ਰੋਜ਼ ਜੋ ਕੱਲ੍ਹ ਦਾ ਦਿਹਾੜਾ ਸੀ, ਉਹ ਭਾਈ ਸਵੇਗ ਸਿੰਘ ਅਤੇ ਭਾਈ ਸਾਹਿਬਾਜ ਸਿੰਘ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਸੀ। ਪਿਆਰੇ ਥੋੜ੍ਹਾ ਜਿਹਾ ਜੂਗ ਮਾਤਰ ਕਹਿ ਕਰਕੇ ਆਪਾਂ ਅੱਗੇ ਚੱਲਾਂਗੇ। ਧੰਨ ਗੁਰੂ ਕਲਗੀਧਰ ਮਹਾਰਾਜ ਜੀਆਂ ਦੀ, ਜਿਨ੍ਹਾਂ ਨੇ ਸਿੱਖੀ ਪਿਆਰਿਓ ਕਮਾਈ, ਜਿਨ੍ਹਾਂ ਦਾ ਨਾਮ ਅਸੀਂ ਇਤਿਹਾਸ ਦੇ ਵੀ ਸੁਨਹਿਰੀ ਪੰਨਿਆਂ ਦੇ ਵਿੱਚ ਹੈ ਤੇ ਅਰਦਾਸ ਦੇ ਵਿੱਚ ਰੋਜ਼ ਹੀ ਅਸੀਂ ਜ਼ਿਕਰ ਕਰਦੇ ਹਾਂ। ਜਦੋਂ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅੱਗੇ ਅਰਦਾਸ ਕਰਦੇ ਹਾਂ, ਫਿਰ ਇਹ ਕਹਿੰਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਤਸੀਸ ਦਿੱਤੀ, ਬੰਦ ਕਟਵਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ ਗਏ, ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਇਆ, ਤਿਨਾਂ ਪਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਰੋਜ਼ਾਨਾ ਹੀ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਪਿਆਰੇ, ਜਿਨ੍ਹਾਂ ਨੇ ਧਰਮ ਪਿੱਛੇ ਆਪਣੀਆਂ ਆਹੂਤੀਆਂ ਦਿੱਤੀਆਂ। ਇਹ ਭਾਈ ਸਵੇਗ ਸਿੰਘ ਜੀ ਤੇ ਭਾਈ ਸ਼ਹਿਬਾਜ਼ ਸਿੰਘ ਜੀ ਇਸ ਜੰਬਰ ਪਿੰਡ ਲਾਹੌਰ ਦੇ ਵਿੱਚ ਪਾਕਿਸਤਾਨ ਦੇ ਵਿੱਚ ਹੈ, ਜਿੱਥੇ ਦਾ ਇਹਨਾਂ ਦਾ ਰਹਿਣ ਬਸੇਰਾ, ਜਿੱਥੇ ਦਾ ਇਹਨਾਂ ਦਾ ਜਨਮ। ਪਿਆਰਿਓ ਭਾਈ ਸਵੇਗ ਸਿੰਘ ਹੋਣੀ ਇੱਕ ਚੰਗੀ ਮੁਰਾਤਬੇ ਦੇ ਉੱਤੇ ਸਨ। ਇਹਨਾਂ ਦਾ ਬਹੁਤ ਮਾਣ ਸਤਿਕਾਰ ਸੀ ਕਿ ਇਹਨਾਂ ਦੇ ਹੀ ਪੁੱਤਰ ਭਾਈ ਸਾਹਿਬਾਜ਼ ਸਿੰਘ, ਜਿਨ੍ਹਾਂ ਨੂੰ ਘਰ ਦੇ ਵਿੱਚੋਂ ਹੀ ਗੁੜਤੀ ਸਿੱਖੀ ਦੀ ਮਿਲੀ ਹੋਈ ਸੀ। ਪਿਆਰਿਓ ਸਿੱਖਾਂ ਇਤਿਹਾਸ ਦੀਆਂ ਲੋਰੀਆਂ ਸੁਣਾ ਕੇ ਇਹਨਾਂ ਦੇ ਮਾਤਾ ਪਿਤਾ ਨੇ ਇਹਨਾਂ ਨੂੰ ਵੱਡਿਆਂ ਕਰ ਰਹੇ ਸਨ ਪਿਆਰੇ। ਤੇ ਭਾਈ ਸਵੇਗ ਸਿੰਘ ਹੋਣੀ, ਜਿਨ੍ਹਾਂ ਦਾ ਸਿੱਖਾਂ ਦੇ ਵਿੱਚ ਵੀ ਬਹੁਤ ਵੱਡਾ ਨਾਮ, ਤੇ ਪਿਆਰਿਓ ਮੁਸਲਮਾਨਾਂ ਦੇ ਵਿੱਚ ਵੀ ਇਹਨਾਂ ਦਾ ਬਹੁਤ ਅਦਬ ਸਤਿਕਾਰ ਸੀ, ਮਾਣ ਸਤਿਕਾਰ ਸੀ, ਚੰਗੇ ਅਹੁਦਿਆਂ ਤੇ ਬਿਰਾਜਮਾਨ ਸਨ, ਬਹੁਤ ਪੜ੍ਹੇ ਲਿਖੇ ਸਨ। ਇਹਨਾਂ ਦਾ ਪੁੱਤਰ ਵੀ ਜਿਹੜਾ ਸ਼ਹਿਬਾਜ਼ ਸਿੰਘ, ਉਹ ਵੀ ਬਹੁਤ ਪੜ੍ਹਿਆ ਲਿਖਿਆ ਸੀ ਪਿਆਰਿਓ। ਵੇਖੋ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਵਸਾਇਆ ਗਿਆ। ਭਾਈ ਸਵੇਗ ਸਿੰਘ ਹੋਣਾ ਦੇ ਦੋਸ਼ ਇਹ ਲਾਇਆ ਜਾਂਦਾ ਸੀ ਕਿ ਭਾਈ ਸਵੇਗ ਸਿੰਘ ਹੋਣਾ ਦੇ ਰਾਹੀਂ, ਕਹਿੰਦੇ ਜਦੋਂ ਜ਼ਕਰੀਆ ਖਾਨ ਦੇ ਜੁੱਤੀਆਂ ਸਿਰ ਦੇ ਵਿੱਚ ਵੱਜੀਆਂ, ਇਹਨਾਂ ਨੇ ਸਿੱਖਾਂ ਨੂੰ ਕਹਿ ਕੇ ਮਰਵਾਈਆਂ। ਭਾਈ ਤਾਰੂ ਸਿੰਘ ਹੋਣਾ ਨੂੰ ਪਿਆਰਿਓ ਜਦੋਂ ਬਿਨਾਂ ਦੋਸ਼ ਤੋਂ ਫੜ ਕੇ ਕੈਦ ਕੀਤਾ ਗਿਆ, ਤੇ ਉਸ ਵੇਲੇ ਜੋ ਭਾਈ ਤਾਰੂ ਸਿੰਘ ਹੋਣਾ ਦੇ ਨਾਲ ਗੱਲਬਾਤ ਹੋਈ, ਭਾਈ ਤਾਰੂ ਸਿੰਘ ਹੋਣਾ ਨੂੰ ਬਹੁਤ ਜ਼ਿਆਦਾ ਮਜਬੂਰ ਕੀਤਾ ਗਿਆ, ਕਿਉਂਕਿ ਦੋਸ਼ ਇਹਨਾਂ ਦਾ ਕੋਈ ਵੀ ਨਹੀਂ ਸੀ। ਕੇਵਲ ਇਤਨਾ ਦੋਸ਼ ਸੀ, ਇਹ ਦੋਸ਼ ਲਾਉਂਦੇ ਸੀ ਕਿ ਇਹਨਾਂ ਦੇ ਕੋਲ ਸਿੰਘ ਆਉਂਦੇ ਨੇ ਤੇ ਆ ਕੇ ਪ੍ਰਸ਼ਾਦਾ ਛਕ ਕੇ ਜਾਂਦੇ ਹਨ। ਸਿੰਘ ਆ ਕੇ ਇਹ ਸਿੰਘਾਂ ਦੀ ਸੇਵਾ ਕਰਦੇ ਨੇ, ਉਹਨਾਂ ਨੂੰ ਲੀੜਾ ਕੱਪੜਾ ਵੀ ਦਿੰਦੇ ਨੇ ਤੇ ਉਹਨਾਂ ਤੱਕ ਲੰਗਰ ਪਹੁੰਚਾਉਂਦੇ ਨੇ। ਪਿਆਰਿਓ ਇਹਨਾਂ ਦੀਆਂ ਸ਼ਿਕਾਇਤਾਂ ਉਸ ਵੇਲੇ ਦੇ ਹਰ ਭਗਤ ਨਿਰੰਜਨੀਏ, ਇਹੋ ਜਿਹੇ ਹੋਰ ਕਈ ਅਹਿਲਕਾਰ ਸਨ, ਜਿਨ੍ਹਾਂ ਨੇ ਪਿਆਰਿਓ ਸ਼ਿਕਾਇਤਾਂ ਲਾ ਕਰਕੇ ਭਾਈ ਤਾਰੂ ਸਿੰਘ ਜੀਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ। ਭਾਈ ਤਾਰੂ ਸਿੰਘ ਹੋਣਾ ਨੂੰ ਗ੍ਰਿਫਤਾਰ ਜਿਸ ਵੇਲੇ ਕਰਵਾ ਦਿੱਤਾ, ਤੇ ਉਸ ਵੇਲੇ ਜ਼ਕਰੀਆ ਖਾਨ ਬੋਲ ਕਬੌਲ ਕਹਿੰਦਿਆਂ ਹੋਇਆ ਪਹਿਲੇ ਤੇ ਭਾਈ ਤਾਰੂ ਸਿੰਘ ਨੂੰ ਇਹ ਕਹਿੰਦਾ
कि तुसीं कहंदे जिहड़े लुटेरे ने उन्हां नूं कहंदे लंगर छकाउंदे हो, जिहड़े धाड़वी ने उन्हां नूं लंगर छकाउंदे हो। कहंदे नहीं, ये गुरु दे सिख हन, ये ते संत हन, वो ते परोपकारी हन, उन्हां नूं तुसीं इवें किदां कह सकदे हो। ते जकरिया ने ये गल आख दित्ती कि आ जिहड़ी तूं सिर दे उत्ते केसां दी पंड लई फिरदा ना, इस नूं मैं उतार देवांगा, इस नूं मैं उतार देवांगा। कहंदे ती उतार नहीं सकदा, मेरी सिੱਖੀ केसां सवासां दे नाल निभेगी, मेरी सिੱਖੀ केसां ते सवासां दे नाल निभेगी। मैं सतगुरु दे प्यारे जिहड़ा भी सिੱਖ मालिक दे चरणां दे विच ਇਹ अरदास कर लैंदा ने कि मालिक मेरे ते ਇਹ बख्शिश करी, मेरी सिੱਖੀ ਨੂੰ केसां सवासां दे नाल निभाई। भरोसा रख के गुरबाणी ते प्यारे गुरु बख्शिश करदा है, गुरु रहमत कर दिंदा है। ਹੁਣ ਜਿਸ ਵੇਲੇ ਭਾਈ ਸਾਹਿਬ ਭਾਈ ਤਾਰੂ ਸਿੰਘ ਹੁਣਾਂ ਨੂੰ ਨਿਕਾਸ ਚੌਂਕ ਦੇ ਵਿੱਚ ਪਿਆਰਿਓ ਜਿਸ ਵੇਲੇ ਇਹ ਗੱਲ ਕਹਿ ਰਿਹਾ ਕਿ ਤੇਰੇ ਜਿਹੜੇ ਸਿਰ ਦੇ ਵਾਲ ਨੇ ਮੈਂ ਉਡਾ ਦਿਆਂਗਾ, ਆਹ ਜਿਹੜੇ ਤੂੰ ਕਹਿੰਦੇ ਸਿਰ ਦੇ ਉੱਤੇ ਵਾਲ, ਜਿਹੜੀ ਤੂੰ ਸਿੱਖੀ ਦਾ ਕਹਿੰਦਾ ਆਪਣੇ ਆਪ 'ਚ ਬੜਾ ਅਹੰਕਾਰ ਕਰਦਾ, ਇਹ ਤੇ ਮੈਂ ਉਤਾਰ ਦੇਵਾਂਗਾ। ਤੇ ਭਾਈ ਸਾਹਿਬ ਉਹਨਾਂ ਨੇ ਇਹ ਗੱਲ ਆਖੀ ਸੀ, ਮੇਰੇ ਕੇਸ ਨਹੀਂ ਉਤਾਰੇ ਜਾ ਸਕਦੇ, ਮੇਰੇ ਕੇਸ ਨਹੀਂ ਉਤਾਰੇ ਜਾ ਸਕਦੇ। ਤੇ ਉਹਨਾਂ ਨੇ ਜਦੋਂ ਕਬੂਲ ਆਖੇ ਕਿ ਮੈਂ ਤੁਹਾਡੇ ਸਿਰ ਦੇ ਵਿੱਚ ਜੁੱਤੀਆਂ ਮਾਰਾਂਗਾ, ਤੇ ਭਾਈ ਸਾਹਿਬ ਉਹਨਾਂ ਨੇ ਇਹ ਗੱਲ ਆਖੀ, ਕਹਿੰਦੇ ਤੂੰ ਤੇ ਕੀ ਕਰਨਾ, ਮੈਂ ਤੈਨੂੰ ਆਪਣੀ ਜੁੱਤੀ ਦੇ ਨਾਲ ਅੱਗੇ ਲਿਜਾ ਲੈ ਕੇ ਜਾਵਾਂ, ਜੰਪੂਰੀ ਦੇ ਵਿੱਚ ਆਪਣੀ ਜੁੱਤੀ ਦੇ ਨਾਲ ਲਿਜਾਵਾਂਗਾ, ਮੇਰੀਆਂ ਜੁੱਤੀਆਂ ਤੇਰੇ ਸਿਰ ਵਿੱਚ ਵੱਜਣਗੀਆਂ। ਇਹ ਬੋਲ ਕਹੇ ਹੋਏ ਸਨ ਪਿਆਰਿਓ ਭਾਈ ਤਾਰੂ ਸਿੰਘ ਉਹਨਾਂ ਦੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ। ਮੋਚੀ ਨੂੰ ਸੱਦਿਆ, ਪਹਿਲਾਂ ਨਾਈ ਨੂੰ ਸੱਦਿਆ ਕਿ ਇਹਨਾਂ ਦੇ ਕੇਸ ਕੱਟ ਦਿੱਤੇ ਜਾਣ। ਕੇਸ ਉਤਾਰਨ ਦਾ ਯਤਨ ਕੀਤਾ, ਕੱਟਣ ਦਾ ਯਤਨ ਕੀਤਾ, ਪਰ ਕੇਸ ਕੱਟੇ ਨਹੀਂ ਗਏ ਪਿਆਰਿਓ। ਇਹ ਵੀ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ। ਬਖਸ਼ਿਸ਼ ਸਤਿਗੁਰੂ ਕਰਦਾ ਹੈ ਕਿ ਕੇਸਾਂ ਨੂੰ ਕੰਚੀ ਨੇ ਕੱਟਿਆ ਹੀ ਕੋਈ ਨਹੀਂ, ਪੂਰਾ ਯਤਨ ਕਰਕੇ ਵੇਖ ਲਿਆ ਉਹਨਾਂ ਨੇ। ਤੇ ਫਿਰ ਮੋਚੀ ਸੱਦਿਆ, ਮੋਚੀ ਨੂੰ ਆਖਿਆ ਕਿ ਇਹਨਾਂ ਦੀ ਖੋਪਰੀ ਉਤਾਰ ਦਿੱਤੀ ਜਾਵੇ। ਪਹਿਲੇ ਮਸਤਕ ਦੇ ਉੱਤੇ ਰੰਬੀ ਨੂੰ ਰੱਖਿਆ, ਫਿਰ ਕੰਨਾਂ ਦੇ ਕੋਲ ਪਿਆਰਿਓ ਇਸ ਤਰੀਕੇ ਦੇ ਨਾਲ ਹਥੌੜੀ ਮਾਰ ਮਾਰ ਕੇ ਖੋਪਰੀ ਨੂੰ ਉਤਾਰ ਦਿੱਤਾ। ਪਰ ਸਿੱਖ ਦਾ ਸਿੱਖੀ ਉਸੇ ਤਰ੍ਹਾਂ ਹੀ ਕਹਿੰਦੇ ਕੇਸ ਤੇ ਨਹੀਂ ਉਤਾਰ ਸਕੇ, ਕੇਸ ਤੇ ਨਹੀਂ ਉਤਾਰ ਸਕੇ, ਪਰ ਖੋਪਰੀ ਉਤਾਰ ਦਿੱਤੀ ਗਈ। ਤੇ ਆਪਣੇ ਵੱਲੋਂ ਤੇ ਇਹਨਾਂ ਨੇ ਸਮਝ ਲਿਆ ਕਿ ਹੁਣ ਕਿਤਨਾ ਕੁ ਸਮਾਂ ਕੱਢੇਗਾ। ਪਿਆਰਿਓ ਜਦੋਂ ਖੋਪਰੀ ਲੱਥ ਜਾਵੇ, ਸਿਰ ਦੀ ਖੋਪਰੀ ਲਾ ਦਿੱਤੀ ਜਾਵੇ, ਤੇ ਤੁਸੀਂ ਇਤਿਹਾਸ ਦੇ ਵਿੱਚ ਕਦੇ ਇਹੋ ਜਿਹੀ ਮਿਸਾਲ ਨਹੀਂ ਮਿਲਦੀ ਕਿ ਬੰਦਾ ਜਦੋਂ ਖੋਪਰੀ ਵੀ ਲੱਥ ਜਾਵੇ ਤੇ ਫਿਰ ਵੀ ਜੀਵਤ ਰਹੇ। ਇਹ ਗੁਰੂ ਦੀ ਬਖਸ਼ਿਸ਼ ਸੀ, ਇਹ ਗੁਰੂ ਦੀ ਰਹਿਮਤ ਸੀ। ਤੇ ਉਸ ਵੇਲੇ ਪਿਆਰਿਓ ਖਾਨ ਨੂੰ ਬੰਨ ਪੈ ਗਿਆ, ਬੰਨ ਪੈ ਗਿਆ, ਜਿਸ ਦਾ ਪਿਸ਼ਾਬ ਵੀ ਨਹੀਂ ਸੀ ਨਿਕਲਦਾ, ਬੜਾ ਔਖਾ। ਇਤਨੀ ਤਕਲੀਫ ਹੋਈ, ਇਤਨੀ ਤਕਲੀਫ ਹੋਈ, ਬੜਾ ਵੈਦਾਂ ਨੂੰ ਹਕੀਮਾਂ ਨੂੰ ਸੱਦਿਆ, ਪਰ ਕਿਸੇ ਕੋਲੋਂ ਠੀਕ ਨਾ ਹੋਇਆ, ਕਿਸੇ ਦੇ ਕੋਲੋਂ ਠੀਕ ਨਾ ਹੋਇਆ। ਤੇ ਉਸ ਵੇਲੇ ਪਿਆਰਿਓ ਜਿਹੜੇ ਖੋਪਰੀ ਲਾ ਰਹੇ ਸਨ ਤੇ ਕੋਲ ਸੁਣਦੇ ਸਨ, ਉਹਨਾਂ ਨੇ ਇਹ ਗੱਲ ਆਖੀ, ਖਾਨ ਸਾਹਿਬ ਤੁਹਾਨੂੰ ਪਤਾ ਭਾਈ ਸਾਹਿਬ ਹੁਣਾਂ ਨੇ ਇੱਕ ਬੋਲ ਆਖਿਆ ਸੀ, ਭਾਈ ਤਾਰੂ ਸਿੰਘ ਹੁਣਾਂ ਨੇ, ਕਿ ਤੈਨੂੰ ਮੈਂ ਆਪਣੀ ਜੁੱਤੀ ਦੇ ਨਾਲ ਲੈ ਕੇ ਜਾਵਾਂਗਾ, ਉਹਨਾਂ ਦੀਆਂ ਜੁੱਤੀਆਂ ਤੇ ਸਿਰ ਦੇ ਵਿੱਚ ਵੱਜਣਗੀਆਂ, ਤਾਂ ਹੀ ਤੇਰੀ ਖਲਾਸ ਹੋਵੇਗੀ। ਫਿਰ ਭਾਈ ਸੁਵੇਗ ਸਿੰਘ ਹੁਣਾਂ ਤੱਕ ਫਰਿਆਦ ਕੀਤੀ ਖਾਨ ਨੇ ਕਿ ਮੇਰਾ ਕਿਸੇ ਤਰੀਕੇ ਦੇ ਨਾਲ ਪਿਸ਼ਾਬ ਨਿਕਲ ਜਾਵੇ, ਇਹ ਜਿਹੜਾ ਮੇਰਾ ਬੰਨ ਹੈ ਇਹ ਟੁੱਟ ਜਾਵੇ, ਮੈਂ ਠੀਕ ਹੋ ਜਾਵਾਂ। ਤੇ ਕਹਿੰਦੇ ਜਾ ਕਰਕੇ ਖਾਲਸਾ ਪੰਥ ਦੇ ਕੋਲ ਫਰਿਆਦ ਕਰੋ, ਖਾਲਸਾ ਪੰਥ ਦੇ ਕੋਲ ਫਰਿਆਦ ਕਰੋ। ਤੇ ਜਿਸ ਵੇਲੇ ਭਾਈ ਸੁਵੇਗ ਸਿੰਘ ਜੀ ਨਾਲ ਗੱਲ ਕੀਤੀ, ਕਹਿੰਦੇ ਉਹਨਾਂ ਦੇ ਬਚਨ ਤਿੰਨ ਕਾਲ ਸੱਚ ਨੇ, ਬਚਨ ਪੂਰੇ ਹੋਣਗੇ, ਉਹਨਾਂ ਦੀਆਂ ਜੁੱਤੀਆਂ ਤੁਹਾਡੇ ਸਿਰ ਦੇ ਵਿੱਚ ਵੱਜਣਗੀਆਂ, ਫਿਰ ਤੁਹਾਡਾ ਛੁਟਕਾਰਾ ਹੋਵੇਗਾ। ਤੇ ਜਿਸ ਵੇਲੇ ਪਿਆਰਿਓ ਇਹ ਖਾਲਸਾ ਪੰਥ ਦੇ ਕੋਲ ਗੱਲ ਗਈ, ਇਹ ਭਾਈ ਤਾਰੂ ਸਿੰਘ ਉਦੋਂ ਤੱਕ ਪਿਆਰਿਓ ਪਰਮੇਸ਼ਰ ਦੀ ਬਾਣੀ
ਸੁਖਮਨੀ ਸਾਹਿਬ ਜੀ ਦਾ ਜਾਪ ਕਰ ਰਹੇ ਸਨ, ਬਾਣੀ ਦਾ ਜਾਪ ਕਰ ਰਹੇ ਸਨ, ਹਰ ਵੇਲੇ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜੇ ਹੋਏ ਸਨ, ਕਿਉਂਕਿ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਮੈਂ ਇਸ ਨੂੰ ਪਹਿਲਾਂ ਅੱਗੇ ਲਾ ਕੇ ਲਿਜਾਵਾਂਗਾ, ਆਪਣੀਆਂ ਜੁੱਤੀਆਂ ਮਾਰ ਮਾਰ ਕੇ ਇਸ ਨੂੰ ਲਿਜਾਵਾਂਗਾ ਅੱਗੇ, ਫਿਰ ਹੀ ਜਾਵਾਂਗਾ। ਜਾ ਕਰਕੇ ਜਦੋਂ ਖਾਲਸਾ ਪੰਥ ਦੇ ਕੋਲ ਫਰਿਆਦ ਕੀਤੀ, ਉਸ ਵੇਲੇ ਭਾਈ ਤਾਰੂ ਸਿੰਘ ਹੋਣਾ ਨੂੰ ਆਖਿਆ ਕਿ ਉਹ ਤਾਂ ਬਹੁਤ ਦੁਖੀ ਹੈ ਖਾਨ, ਬਹੁਤ ਦੁਖੀ ਹੈ, ਤੇ ਖਾਲਸੇ ਪੰਥ ਦੇ ਕੋਲ ਫਰਿਆਦ ਕੀਤੀ ਹੈ। ਤੇ ਭਾਈ ਸਾਹਿਬ ਉਹਨਾਂ ਨੇ ਇਹ ਗੱਲ ਆਖੀ, ਜਿਹੜਾ ਵਚਨ ਇੱਕ ਵਾਰੀ, ਜਿਹੜਾ ਤੀਰ ਕਹਿੰਦੇ ਇੱਕ ਵਾਰੀ ਛੁੱਟ ਜਾਵੇ ਉਹ ਮੁੜ ਕੇ ਵਾਪਸ ਨਹੀਂ ਹੁੰਦਾ, ਜਿਹੜਾ ਵਚਨ ਇੱਕ ਵਾਰੀ ਜ਼ਬਾਨ ਤੋਂ ਨਿਕਲ ਗਿਆ ਉਹ ਵਾਪਸ ਨਹੀਂ ਹੋ ਸਕਦਾ। ਤੇ ਫਿਰ ਖਾਲਸੇ ਪੰਥ ਨੇ ਭਾਈ ਤਾਰੂ ਸਿੰਘ ਦੀ ਜੁੱਤੀ ਲਈ, ਕਹਿੰਦੇ ਇਹ ਜੁੱਤੀਆਂ ਮਾਰੀਆਂ ਜਾਣ, ਜੁੱਤੀਆਂ ਮਾਰ ਮਾਰ ਕੇ ਖਾਨ ਦਾ ਪਿਆਰੂ ਸਿਰ ਦੇ ਵਿੱਚ, ਕਿਉਂਕਿ ਜ਼ਕਰੀਏ ਦੇ ਜਿਵੇਂ ਜਿਵੇਂ ਜੁੱਤੀਆਂ ਵੱਜਦੀਆਂ ਸਨ, ਜਿਵੇਂ ਜਿਵੇਂ ਜੁੱਤੀਆਂ ਵੱਜਦੀਆਂ ਸਨ, ਤਿਵੇਂ ਤਿਵੇਂ ਕਹਿੰਦਾ ਸੀ ਮੈਨੂੰ ਸੁੱਖ ਪ੍ਰਤੀਤ ਹੁੰਦਾ। ਉਹਨੇ ਇਹ ਗੱਲ ਆਖ ਦਿੱਤੀ, ਆਪ ਹੀ ਆਪਣੇ ਮੂੰਹ ਤੋਂ ਇਹ ਗੱਲ ਕਹੀ ਕਿ ਮੇਰੀ ਜੁੱਤੀਆਂ ਮਾਰੀ ਜਾਓ, ਇੱਕ ਪਾਸੇ ਲੱਤਾਂ ਤੋਂ ਫੜ ਲਓ, ਇੱਕ ਪਾਸੇ ਬਾਹਾਂ ਤੋਂ ਫੜ ਲਓ, ਜਿਤਨਾ ਮਰਜ਼ੀ ਮੈਂ ਚੀਝਾੜਾ ਪਾਵਾਂ, ਪਰ ਮੇਰੇ ਜੁੱਤੀਆਂ ਮਾਰਨ ਤੋਂ ਹਟਣਾ ਕੋਈ ਨਹੀਂ, ਮੈਨੂੰ ਆਰਾਮ ਮਿਲਦਾ ਪਿਆਰੂ। ਜਿਸ ਵੇਲੇ ਇੱਕ ਪਾਸਿਓਂ ਲੱਤਾਂ ਫੜੀਆਂ ਹੋਈਆਂ ਨੇ, ਇੱਕ ਪਾਸਿਓਂ ਬਾਹਾਂ ਫੜੀਆਂ ਹੋਈਆਂ ਨੇ, ਤੇ ਸਿਰ ਦੇ ਵਿੱਚ ਜੁੱਤੀਆਂ ਵੱਜ ਰਹੀਆਂ ਨੇ, ਬੜਾ ਚੀਝਾੜਾ ਪਾ ਰਿਹਾ ਕਿ ਮੈਨੂੰ ਛੱਡ ਦੇ। ਕਹਿੰਦੀ ਇਹ ਗੱਲ ਤੇ ਪਹਿਲਾਂ ਇਸਨੇ ਆਖੀ ਸੀ, ਮੈਂ ਜਿਤਨਾ ਮਰਜ਼ੀ ਰੋਵਾਂ, ਜਿਤਨਾ ਮਰਜ਼ੀ ਚੀਝਾੜਾ ਕਰਾਂ, ਪਰ ਮੈਨੂੰ ਛੱਡਣਾ ਕੋਈ ਨਹੀਂ। ਮਾਰ ਮਾਰ ਕੇ ਸਿਰ ਦੇ ਵਿੱਚ ਜੁੱਤੀਆਂ ਜੰਮਪੁਰੀ ਪਹੁੰਚਾ ਦਿੱਤਾ। ਫਿਰ ਭਾਈ ਸਾਹਿਬ ਜੀ ਨੇ ਉਸ ਸੱਚੀ ਦਰਗਾਹ ਦੇ ਵਿੱਚ ਗਏ, ਆਪਣੇ ਬੋਲ ਪੂਰੇ ਪੁਗਾ ਕੇ। ਤੇ ਇਹ ਵੀ ਦੋਸ਼ ਲਗਾਇਆ ਜਾਂਦਾ ਸੀ ਭਾਈ ਸਵੇਗ ਸਿੰਘ ਹੁਣਾਂ ਦੇ, ਉੱਤੇ ਇਹ ਦੋਸ਼ ਲਗਾਇਆ ਜਾਂਦਾ ਸੀ, ਦਹੀਆ ਖਾਨ ਨੂੰ ਇਹ ਗੱਲ ਆਖੀ ਕਿ ਤੇਰੇ ਪਿਤਾ ਦੀ ਇਤਨੀ ਦੁਰਦਸ਼ਾ, ਇਤਨੀ ਬੇਇੱਜ਼ਤੀ, ਕਹਿੰਦੇ ਭਾਈ ਸਵੇਗ ਸਿੰਘ ਹੁਣਾਂ ਦੇ ਰਾਹੀਂ ਹੋਈ, ਕਿਉਂਕਿ ਤੇਰੇ ਪਿਓ ਦੇ ਸਿਰ ਦੇ ਵਿੱਚ ਜੁੱਤੀਆਂ ਵੱਜੀਆਂ। ਫਿਰ ਉਹ ਜੰਮਪੁਰੀ ਨੂੰ ਗਿਆ। ਇਹ ਵੀ ਦੋਸ਼ ਭਾਈ ਸਵੇਗ ਸਿੰਘ ਹੁਣਾਂ ਤੇ ਲਗਾਇਆ ਜਾਂਦਾ ਸੀ। ਭਾਈ ਸਵੇਗ ਸਿੰਘ ਹੁਣਾਂ ਦੇ ਸਪੁੱਤਰ ਭਾਈ ਸ਼ਾਹਬਾਜ਼ ਸਿੰਘ, ਜੋ ਕਿ ਬਹੁਤ ਪੜ੍ਹੇ ਲਿਖੇ ਸਨ, ਭਾਈ ਸਵੇਗ ਸਿੰਘ ਹੁਣੀ ਵੀ ਬਹੁਤ ਪੜ੍ਹੇ ਲਿਖੇ ਸਨ, ਤੇ ਭਾਈ ਸ਼ਾਹਬਾਜ਼ ਸਿੰਘ ਵੀ ਬਹੁਤ ਪੜ੍ਹੇ ਲਿਖੇ ਹੋਏ ਸਨ। ਪਿਆਰਿਓ, ਇੱਕ ਵਾਰੀ ਕੀ ਹੋਇਆ ਕਿ ਇਹਨਾਂ ਦਾ ਇੱਕ ਕਾਜੀ ਦੇ ਕੋਲ ਫਾਰਸੀ ਪੜ੍ਹਿਆ ਕਰਦੇ ਸਨ, ਬਹੁਤ ਹੋਣਹਾਰ ਸਨ, ਤੇ ਸਿੱਖੀ ਦੇ ਗੁਣ ਇਹਨਾਂ ਦੇ ਰੋਮ ਦੇ ਵਿੱਚ ਭਰੇ ਹੋਏ ਸਨ। ਕਿਧਰੇ ਮੁਗਲਾਂ ਦੇ ਨਾਲ ਬਹਿਸ ਮੁਹਾਸਾ ਹੋਇਆ, ਤੇ ਬਹਿਸ ਮੁਹਾਸੇ ਦੇ ਵਿੱਚ ਭਾਈ ਸ਼ਾਹਬਾਜ਼ ਸਿੰਘ ਹੋਰਾਂ ਦੀ ਜਿੱਤ ਹੋਈ। ਤੇ ਉਸ ਵੇਲੇ ਜਿਤਨੇ ਵੀ ਮੁਸਲਮਾਨ ਸਨ, ਉਹਨਾਂ ਦੇ ਮਨ ਦੇ ਵਿੱਚ ਬਹੁਤ ਈਰਖਾ ਆਈ। ਜਿਹੜਾ ਕਾਜੀ ਸੀ ਪਿਆਰਿਓ, ਵਿਦਿਆ ਪੜ੍ਹਾਇਆ ਕਰਦਾ ਸੀ, ਇਸ ਨੂੰ ਵੀ ਬੜੀ ਈਰਖਾ ਸੀ, ਤੇ ਇੱਕ ਪਾਸੇ ਇਹ ਸੋਚਦਾ ਸੀ ਜੇ ਕਿਧਰੇ ਸ਼ਾਹਬਾਜ਼ ਸਿੰਘ ਮੰਨ ਜਾਵੇ ਤੇ ਮੈਂ ਆਪਣੀ ਲੜਕੀ ਦਾ ਰਿਸ਼ਤਾ ਵੀ ਇਸ ਨੂੰ ਦੇ ਦੇਵਾਂਗਾ। ਇਹ ਵੀ ਗੱਲ ਆਖੀ ਤੇ ਭਾਈ ਸ਼ਾਹਬਾਜ਼ ਸਿੰਘ ਹੁਣਾਂ ਨੂੰ ਕਿ ਜੇ ਤੁਸੀਂ ਚਾਹੋ ਤੇ ਮੈਂ ਆਪਣੀ ਬੱਚੀ ਦਾ ਰਿਸ਼ਤਾ ਵੀ ਤੁਹਾਨੂੰ ਦੇ ਦੇਵਾਂਗਾ। ਪਰ ਉਹਨਾਂ ਨੇ ਇਹ ਗੱਲ ਮੰਨੀ ਕੋਈ ਨਹੀਂ, ਤੇ ਫਿਰ ਕਹਿੰਦੇ ਪਿਆਰਿਓ, ਸ਼ਾਹਬਾਜ਼ ਸਿੰਘ ਤੇ ਭਾਈ ਸਵੇਗ ਸਿੰਘ ਹੁਣਾਂ ਦੋਨਾਂ ਜੰਬਰ ਪਿੰਡ ਦੇ ਲਾਹੌਰ ਦੇ ਰਹਿਣ ਵਾਲੇ, ਤੇ ਪਿਆਰਿਓ ਕੈਦ ਕੀਤਾ ਗਿਆ। ਬਹੁਤ ਜ਼ੁਲਮ ਢਾਏ ਗਏ, ਤੇ ਫਿਰ ਇਹ ਗੱਲ ਆਖੀ ਗਈ ਕਿ ਤੁਸੀਂ ਮੁਸਲਮਾਨ ਬਣ ਜਾਵੋ, ਤੁਹਾਡੀ ਜਾਨ ਬਖਸ਼ੀ ਕੀਤੀ ਜਾਵੇਗੀ। ਭਾਈ ਸਵੇਗ ਸਿੰਘ, ਭਾਈ ਸ਼ਾਹਬਾਜ਼ ਸਿੰਘ, ਦੋਨਾਂ ਨੂੰ ਕੈਦ ਦੇ ਵਿੱਚ ਬੰਦ ਕੀਤਾ ਹੋਇਆ। ਇਹ ਪਿਆਰਿਓ ਪੂਰਾ ਯਤਨ ਕਰ ਰਹੇ ਨੇ ਕਿ ਇਸ ਤਰੀਕੇ ਦੇ ਨਾਲ ਇਹ ਮੁਸਲਮਾਨ ਬਣ ਜਾਣ, ਪਰ
ਜਿਨ੍ਹਾਂ ਦੇ ਅੰਦਰ ਸਿੱਖੀ ਪਿਆਰਿਓ ਕੁੱਟ-ਕੁੱਟ ਕੇ ਭਰੀ ਹੋਈ, ਰਗਾਂ ਦੇ ਵਿੱਚ ਖੂਨ ਸਿੱਖੀ ਪਿਆਰਿਓ, ਉਹ ਕਿੱਥੇ ਬਦਲਦੇ ਨੇ ਆਪਣੇ ਧਰਮ ਨੂੰ। ਜਿਹੜਾ ਪ੍ਰਭੂ ਦਾ ਪਿਆਰਾ ਗੁਰਸਿੱਖ ਗੁਰੂ ਦੇ ਨਾਲ ਜੁੜਿਆ ਹੋਇਆ, ਉਹ ਆਪਣੇ ਧਰਮ ਨੂੰ ਕਦੇ ਤਬਦੀਲ ਨਹੀਂ ਕਰਦਾ। ਜਾਨ ਤੇ ਭਾਵੇਂ ਚਲਿਆ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਕਹਿੰਦੇ ਮੇਰਾ ਸਿੱਖੀ ਸਿਦਕ ਬਣਿਆ ਰਹੇ। ਜਾਨ ਭਾਵੇਂ ਚਲਿਆ ਜਾਵੇ, ਮੇਰੀ ਸਿੱਖੀ ਕੇਸਾਂ ਤੇ ਸਵਾਸਾਂ ਦੇ ਨਾਲ ਨਿਭ ਜਾਵੇ। ਜਿਸ ਵੇਲੇ ਭਾਈ ਸਵੇਗ ਸਿੰਘ ਹੁਣਾ ਜੀ ਤੇ ਭਾਈ ਸ਼ਾਹਬਾਜ਼ ਸਿੰਘ ਹੁਣਾ ਜੀ ਪਿਆਰਿਓ, ਇਹਨਾਂ ਨੇ ਚਰਖੀਆਂ ਤਿਆਰ ਕੀਤੀਆਂ। ਚਰਖੜੀਆਂ ਤੇ ਚਾੜਨ ਵਾਸਤੇ ਬੰਦੋਬਸਤ ਕੀਤਾ ਗਿਆ। ਇੱਕ ਦਿਨ ਪਹਿਲਾਂ ਇਹ ਗੱਲ ਆਖਣ ਲੱਗੀ, ਤੁਹਾਨੂੰ ਹੁਣ ਚਰਖੜੀ ਤੇ ਚਾੜਿਆ ਜਾਵੇਗਾ। ਜੇ ਤੁਸੀਂ ਇਹ ਗੱਲ ਨਹੀਂ ਮੰਨਣੀ, ਕਹਿੰਦੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਚਰਖੀ ਉੱਤੇ ਚੜਾ ਕੇ ਇਹਨਾਂ ਦੋਨਾਂ ਹੀ ਪਿਓ ਪੁੱਤਰਾਂ ਨੂੰ ਘੁਮਾਇਆ, ਫਿਰ ਉਤਾਰ ਕੇ ਆਖਣ ਲੱਗੇ, ਵੇਖੋ ਇਹੋ ਤੁਹਾਡੇ ਨਾਲ ਹਸ਼ਰ ਕੀਤਾ ਜਾਵੇਗਾ। ਹਾਲੇ ਵੀ ਕਿਤੇ ਤੁਸੀਂ ਮਾਰੇ ਜਾਓ, ਸਿੱਖੀ ਨੂੰ ਛੱਡ ਦੇ ਤੇ ਮੁਸਲਮਾਨ ਬਣ ਜਾਓ। ਅਲੱਗ ਕਰਕੇ ਰੱਖਿਆ, ਅਲੱਗ ਕਰਕੇ ਇਸ ਕਰਕੇ ਰੱਖਿਆ ਕਿ ਦੋਨੋਂ ਹੀ ਪਿਓ ਪੁੱਤਰ ਕੋਈ ਸਲਾਹ ਨਾ ਕਰ ਲੈਣ। ਭਾਈ ਸਵੇਗ ਸਿੰਘ ਹੁਣੀ ਸ਼ਾਹਬਾਜ਼ ਸਿੰਘ ਨੂੰ ਕੋਈ ਐਸੀ ਸਲਾਹ ਨਾ ਦੇਣ ਕਿ ਅਸੀਂ ਇਹਨਾਂ ਨੂੰ ਬੇਮੁਖ ਕਰ ਸਕੀਏ। ਬੜਾ ਯਤਨ ਕੀਤਾ ਪਿਆਰਿਓ, ਬਹੁਤ ਯਤਨ ਕੀਤਾ। ਅਲੱਗ ਕਰਕੇ ਭਾਈ ਸਵੇਗ ਸਿੰਘ ਨੂੰ ਕਹਿ ਰਹੇ ਨੇ, ਤੂੰ ਇਤਨਾ ਪੜ੍ਹਿਆ ਲਿਖਿਆ ਹੋਇਆ, ਕਹਿੰਦੇ ਤੈਨੂੰ ਏਡੇ ਵੱਡੀ ਮੁਰਾਤਬੇ ਮਿਲੇ ਹੋਏ ਨੇ, ਪਰ ਤੂੰ ਕਿਉਂ ਨਹੀਂ ਇਸ ਗੱਲ ਨੂੰ ਸਮਝਦਾ। ਕਹਿੰਦੇ ਆਪਣੇ ਪੁੱਤਰ ਨੂੰ ਵੀ ਮਰਵਾਉਣ ਵਾਸਤੇ ਤੁਲਿਆ ਹੋਇਆ। ਦੂਸਰੇ ਪਾਸੇ ਪੁੱਤਰ ਨੂੰ ਇਹ ਗੱਲ ਕਹਿ ਰਹੇ ਨੇ ਸ਼ਾਹਬਾਜ਼ ਸਿੰਘ ਨੂੰ ਕਿ ਤੂੰ ਸਿੱਖੀ ਦੇ ਵਿੱਚੋਂ ਕੀ ਲੈਣਾ। ਕਹਿੰਦੇ ਨਹੀਂ, ਸਿੱਖੀ ਨੂੰ ਨਹੀਂ ਮੈਂ ਤਿਆਗਾਂਗਾ, ਜੋ ਮਰਜ਼ੀ ਹੋ ਜਾਵੇ। ਤੇ ਪਿਆਰਿਓ, ਇਹਨਾਂ ਨੇ ਇਹ ਗੱਲ ਆਖੀ ਸਵੇਗ ਸਿੰਘ ਹੁਣਾਂ ਨੂੰ ਕਿ ਤੁਹਾਡਾ ਪੁੱਤਰ ਤਾਂ ਬਣ ਗਿਆ। ਕਹਿੰਦੇ ਮੇਰੇ ਸਾਹਮਣੇ ਲਿਆਓ। ਜੇ ਕਿਧਰੇ ਮੇਰਾ ਪੁੱਤਰ ਕਹਿ ਦੇ ਵੀ ਕੀ ਗੱਲ ਕਿ ਮੈਂ ਮੁਸਲਮਾਨ ਬਣ ਜਾਂਦਾ, ਮੇਰੇ ਸਾਹਮਣੇ ਲਿਆਓ। ਕਹਿੰਦੇ ਜਿਸ ਵੇਲੇ ਸਾਹਮਣੇ ਲਿਆਏ ਤੇ ਭਾਈ ਸਵੇਗ ਸਿੰਘ ਹੁਣਾਂ ਨੇ ਇਹ ਗੱਲ ਆਖੀ। ਪਤਾ ਸੀ ਉਹਨਾਂ ਨੂੰ ਕਿ ਮੇਰਾ ਹੀ ਖੂਨ ਕਿਵੇਂ ਬਦਲ ਸਕਦਾ ਹੈ। ਇਹ ਬੜੀ ਸੁੰਦਰ ਬਚਨ ਆਪਣੇ ਪੁੱਤਰ ਨੂੰ ਸਮਝਾ ਰਹੇ ਕਿ ਇਹ ਜਗ ਮੀਤ ਨਾ ਦੇਖਿਓ ਕੋਈ, ਸਗਲ ਜਗਤ ਆਪਣੇ ਸੁਖ ਲਾਗਿਓ, ਦੁੱਖ ਮੈਂ ਸੰਗ ਨਾ ਹੋਈ। ਇਹ ਕਹਿੰਦੇ ਝੂਠੀ ਦੇਖੀ ਪ੍ਰੀਤ ਜਗਤ ਮੈਂ, ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਉ ਸਭ ਲਾਗੇ। ਕਿਆ ਦਾਰਾ ਕਿਆ ਮੀਤ, ਕਿਆ ਦਾਰਾ ਕਿਆ ਮੀਤ, ਮੇਰੂ ਸਭੈ ਕਹਿਤ ਹੈ, ਪਿਤ ਸਿਉ ਬਾਂਧਿਓ ਚੀਤ, ਅੰਤ ਵਾਰ ਸੰਗੀ ਨ ਕੋ, ਇਹ ਅਚਰਜ ਹੈ ਰੀਤ। ਮਨ ਮੂਰਖ ਅਜ ਹੋ ਨਹੀਂ ਸਮਝਤ, ਸਿੱਖ ਦੀ ਹਾਰਿਓ ਨੀਤ, ਨਾਨਕ ਭਵਜਲ ਪਾਰ ਕਰੈ, ਜੋ ਗਾਵੈ ਪ੍ਰਭ ਕੀ ਗੀਤ, ਉਹੀਓ ਸੰਸਾਰ ਸਮੁੰਦਰ ਤੋਂ ਪਾਰ ਹੋਵੇਗਾ। ਜਿਹੜਾ ਪ੍ਰਭੂ ਦੇ ਗੀਤ ਗਾਵੇਗਾ। ਬੇਟਾ ਇਹ ਸੰਸਾਰ ਜਿਹੜਾ ਹੈ ਇਹ ਨਾਸਵਾਨ ਹੈ, ਇਹ ਬੇਨਸਨਹਾਰ ਹੈ। ਇਸ ਜਗਤ ਦੇ ਵਿੱਚ ਕੋਈ ਵੀ ਕਿਸੇ ਦਾ ਮਿੱਤਰ ਨਹੀਂ ਆ। ਕੇਵਲ ਤੇ ਕੇਵਲ ਜੇ ਧਰਮ ਨਿਭ ਜਾਵੇ, ਸਿੱਖੀ ਸਿਦਕ ਨਿਭ ਜਾਵੇ, ਉਸ ਪਰਮੇਸ਼ਰ ਦੇ ਨਾਲ ਬਣ ਆ ਜਾਵੇ। ਬਾਕੀ ਇਹ ਸੰਸਾਰ ਸਾਰਾ ਹੀ ਫਾਨੀ ਹੈ, ਇਹ ਨਾਸਵਾਨ ਹੈ, ਇੱਥੇ ਕਿਸੇ ਨੇ ਨਹੀਂ ਰਹਿਣਾ। ਇਸ ਜਗਤ ਦੇ ਵਿੱਚ ਜੋ ਵੀ ਆਇਆ ਸੋ ਚਲਸੀ, ਸਭ ਕੋਈ ਆਈ ਵਾਰੀ ਹੈ। ਜਿਸਕੇ ਜੀ ਪ੍ਰਾਣ ਹੈ, ਕਿਉਂ ਸਾਹਿਬ ਮਨੋ ਵਿਸਾਰੀ ਹੈ। ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ, ਤੇ ਆਪਣੇ ਕਾਜ ਨੂੰ ਕਿਉਂ ਵਿਗਾੜੀਏ। ਪਿਆਰਿਓ, ਦੋਨਾਂ ਹੀ ਪਿਓ ਪੁੱਤਰਾਂ ਨੂੰ ਚਰਖੜੀਆਂ ਦੇ ਉੱਤੇ ਚਾੜ ਦਿੱਤਾ ਗਿਆ, ਚਰਖੜੀਆਂ ਦੇ ਉੱਤੇ ਚਾੜ ਦਿੱਤਾ ਗਿਆ। ਇਤਿਹਾਸਕਾਰ ਇਹ ਗੱਲ ਆਖਦੇ ਨੇ, ਇੱਕ ਪਾਸੇ ਪੁੱਤਰ ਦਾ ਖੂਨ ਪਿਤਾ ਦੇ ਮੂੰਹ ਤੇ ਪੈ ਰਿਹਾ, ਪਿਤਾ ਦਾ ਖੂਨ ਪੁੱਤਰ ਦੇ ਮੂੰਹ ਤੇ ਪੈ ਰਿਹਾ। ਕੈਸੀ ਸਿੱਖੀ ਹੈ ਪਿਆਰਿਓ, ਜਿਨ੍ਹਾਂ ਦੇ ਰਗਾਂ ਦੇ ਵਿੱਚ ਖੂਨ ਹੀ ਪਿਆਰਿਓ ਸ਼ਹੀਦਾਂ ਦਾ ਹੈ, ਉਹ ਕਿਵੇਂ ਡੋਲ ਸਕਦੇ ਨੇ? ਉਹ ਕਿਵੇਂ ਡੋਲ ਸਕਦੇ ਨੇ? ਆਪਣਾ ਸਿੱਖੀ ਸਿਦਕ ਨੂੰ ਨਿਭਾਉਂਦਿਆਂ ਹੋਇਆ ਭਾਈ ਸਵੇਗ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ ਹੋਣਾ ਨੇ
ਆਪਣੀ ਸ਼ਹੀਦੀ ਦਿੱਤੀ, ਤੇ ਅੱਜ ਅਸੀਂ ਉਹਨਾਂ ਨੂੰ ਹਮੇਸ਼ਾ ਹੀ ਯਾਦ ਕਰਦੇ ਹਾਂ ਪਿਆਰਿਓ। ਹਮੇਸ਼ਾ ਹੀ ਰੋਜ਼ ਅਰਦਾਸ ਦੇ ਵਿੱਚ ਇਹੋ ਹੀ ਗੱਲ ਆਖਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਵਾਏ, ਖੋਪਰੀਆਂ ਦੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ ਗਏ, ਸਿੱਖੀ ਸਿਦਕ ਕੇਸਾਂ ਸਵਾਸਾਂ ਦੇ ਨਾਲ ਨਿਭਾਇਆ। ਤਿਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਤਾਂ ਕਿ ਉਹਨਾਂ ਦਾ ਧਿਆਨ ਧਰਦੇ ਆ ਪਿਆਰਿਓ, ਇਤਿਹਾਸ ਬਣਾ ਦਿੱਤਾ ਉਹਨਾਂ ਨੇ, ਅਰਦਾਸ ਦੇ ਵਿੱਚ ਸ਼ਾਮਲ ਹੋ ਗਏ, ਇਤਨੀ ਬਖਸ਼ਿਸ਼ ਦੇ ਪਾਤਰ ਬਣ ਗਏ, ਜਿਨ੍ਹਾਂ ਨੇ ਪਿਆਰਿਓ ਆਪਣਾ ਧਰਮ ਨਹੀਂ ਤਿਆਗਿਆ, ਧਰਮ ਨਹੀਂ ਤਿਆਗਿਆ ਤੇ ਆਪਣਾ ਆਹੂਤੀ ਦੇਣੀ ਪ੍ਰਵਾਨ ਕਰ ਲਈ। ਉਹਨਾਂ ਨੂੰ ਅਸੀਂ ਤਾਂ ਹੀ ਯਾਦ ਕਰਦੇ ਹਾਂ। ਇਹ ਸਤਿਗੁਰੂ ਚੌਥੇ ਨਾਨਕ ਜੋ ਬਖਸ਼ਿਸ਼ ਕਰ ਰਹੇ ਨੇ ਆਪਣੇ ਪਾਵਨ ਪਵਿੱਤਰ ਬਚਨਾਂ ਦੇ ਵਿੱਚ, ਇਹਨਾਂ ਬਚਨਾਂ ਦੇ ਨਾਲ ਜੁੜਨ ਦਾ ਯਤਨ ਕਰੀਏ। ਸ਼ਲੋਕ ਮਹੱਲਾ ਚੌਥਾ। ਅੰਤਰ ਅਗਿਆਨ ਪਈ ਮਤ ਮਦਮ, ਸਤਿਗੁਰ ਕੀ ਪ੍ਰਤੀਤ ਨਾਹੀ। ਜਿਨ੍ਹਾਂ ਨੂੰ ਸਤਿਗੁਰ ਤੇ ਭਰੋਸਾ ਨਹੀਂ, ਸਤਿਗੁਰ ਤੇ ਪ੍ਰਤੀਤੀ ਨਹੀਂ ਆਉਂਦੀ, ਸਤਿਗੁਰ ਤੇ ਯਕੀਨ ਨਹੀਂ ਆਉਂਦਾ, ਉਹਨਾਂ ਦੀ ਮਤ ਮੱਧਮ ਹੋ ਜਾਂਦੀ, ਭਾਵ ਸਲੋ ਹੋ ਜਾਂਦੀ ਹੈ, ਕੰਮ ਹੀ ਨਹੀਂ ਕਰਦੇ। ਜਿਨ੍ਹਾਂ ਨੂੰ ਸਤਿਗੁਰ ਤੇ ਯਕੀਨ ਨਹੀਂ, ਜਿਨ੍ਹਾਂ ਨੂੰ ਸਤਿਗੁਰ ਤੇ ਪਿਆਰਿਓ ਭਰੋਸਾ ਆ ਜਾਂਦਾ, ਯਕੀਨ ਆ ਜਾਂਦਾ, ਵਿਸ਼ਵਾਸ ਆ ਜਾਂਦਾ, ਪਰਮਾਰਥ ਵਾਲੇ ਪਾਸੇ ਨੂੰ ਮਤ ਵੀ ਉਹਨਾਂ ਦੀ ਕੰਮ ਕਰਦੀ ਹੈ। ਉਹੀ ਪਰਮਾਰਥ ਵਾਲੇ ਪਾਸੇ ਨੂੰ ਚੱਲਦੇ ਨੇ, ਉਹੀ ਵਾਹਿਗੁਰੂ ਵਾਹਿਗੁਰੂ ਜਪਦੇ ਨੇ, ਉਹੀ ਮਾਲਕ ਦੇ ਚਰਨਾਂ ਦੇ ਨਾਲ ਜੁੜ ਕੇ ਰਹਿੰਦੇ ਨੇ। ਨਹੀਂ ਤੇ ਯਕੀਨ ਨਹੀਂ ਆਉਂਦਾ, ਨਹੀਂ ਤਾਂ ਯਕੀਨ ਨਹੀਂ ਆਉਂਦਾ, ਪਰਮੇਸ਼ਰ ਤੇ ਭਰੋਸਾ ਹੀ ਨਹੀਂ ਆਉਂਦਾ, ਮਾਇਆ ਦੇ ਵਿੱਚ ਫਸੇ ਹੋਣ ਕਰਕੇ। ਅੰਦਰ ਕਪਟ ਸਭ ਕਪਟੋ ਕਰ ਜਾਣੈ, ਕਪਟੇ ਖਪੇ ਖਪਾਹੀ। ਕਿਉਂਕਿ ਉਹਨਾਂ ਦੇ ਅੰਦਰ ਵਲਛਲ ਚੱਲ ਰਿਹਾ ਹੁੰਦਾ, ਅੰਦਰ ਕਪਟ, ਜਿਨ੍ਹਾਂ ਦੇ ਅੰਦਰ ਆਪਣੇ ਕਪਟ ਹੈ ਨਾ, ਉਹਨਾਂ ਨੂੰ ਸਾਰਾ ਕੁਝ ਹੀ ਪਿਆਰਿਓ ਉਸੇ ਤਰ੍ਹਾਂ ਹੀ ਦਿਖਾਈ ਦਿੰਦਾ। ਅਸਲ ਦੇ ਵਿੱਚ ਇਹ ਵੀ ਹੈ ਨਾ, ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ। ਜਿਹੋ ਜਿਹਾ ਅਸੀਂ ਵੇਖਦੇ ਹਾਂ ਉਹੋ ਜਿਹਾ ਸਾਡੇ ਤੇ ਪ੍ਰਭਾਵ ਪੈਂਦਾ ਪਿਆਰਿਓ, ਤੇ ਉਹੋ ਜਿਹੇ ਅਸੀਂ ਹੋ ਜਾਂਦੇ ਹਾਂ। ਜੇ ਸਾਡੇ ਅੰਦਰ ਕਪਟ ਚੱਲ ਰਿਹਾ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ, ਤਿਨਾ ਰੋਈ ਕਿਆ ਕੀਜੈ, ਹਰ ਕਰਤਾ ਸਭ ਕਿਛ ਜਾਣਦਾ, ਸਿਰ ਰੋਗ ਹੱਥ ਦੀਜੈ। ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ, ਹਰ ਭਗਤ ਹਰਿ ਲੀਜੈ। ਭਗਤੀ ਦੀ ਪ੍ਰਾਪਤ ਉਹਨਾਂ ਨੂੰ ਹੋਣੀ ਹੈ ਜਿਹੜੀ ਪਰਮੇਸ਼ਰ ਦੇ ਨਾਲ ਜੁੜੇ ਹੋਏ ਨੇ। ਸੇਵਕ ਸਿੱਖ ਪੂਜਨ ਸਭ ਆਵੇ, ਸਭ ਗਾਵੇ, ਹਰ ਹਰ ਉਤਮ ਬਾਣੀ। ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੇ, ਕਿਨਾਂ ਦਾ ਜਿਨ੍ਹਾਂ ਸਤਿਗੁਰ ਕੀ ਆਗਿਆ, ਸਤ ਸਤ ਕਰ ਮਾਨੀ। ਸੱਚ ਸੱਚ ਕਰਕੇ ਮੰਨ ਲਈ, ਗੁਰੂ ਦੀ ਆਗਿਆ ਨੂੰ ਮੰਨ ਲਿਆ, ਗੁਰੂ ਦੀ ਰਜ਼ਾ ਦੇ ਵਿੱਚ ਚੱਲ ਪਏ, ਗੁਰੂ ਦੇ ਭਾਣੇ ਦੇ ਵਿੱਚ ਚੱਲ ਪਏ, ਗੁਰੂ ਦੀ ਮੰਨ ਕੇ ਚੱਲਦੇ ਨੇ। ਨਹੀਂ ਜੀ, ਹੁਣ ਜਿਨ੍ਹਾਂ ਦੇ ਅੰਦਰ ਕਪਟ ਹੈ ਉਹਨਾਂ ਵਾਸਤੇ ਸਾਰੇ ਕਪਟੀ ਦਿਖਾਈ ਦਿੰਦੇ ਨੇ। ਉਹਨਾਂ ਅੰਦਰ ਕਪਟ ਸਭ ਕਪਟੋ ਕਰ ਜਾਣੈ, ਕਪਟੇ ਖਪੇ ਖਪਾਈ। ਤੇ ਕਹਿੰਦੇ ਸਾਰੀ ਜ਼ਿੰਦਗੀ ਉਹਨਾਂ ਦੀ ਵਲਛਲ ਕਰਦਿਆਂ, ਕਪਟ ਕਰਦਿਆਂ ਹੀ ਬੀਤ ਜਾਂਦੀ ਹੈ। ਮੈਂ ਆਪ ਜੀ ਦੇ ਸਾਹਮਣੇ ਉਦਾਹਰਣ ਰੱਖਾਂਗਾ। ਕਹਿੰਦੇ ਕੋਈ ਆਦਮੀ ਕਹਿੰਦੇ ਤੋਤੇ ਵੇਚ ਰਿਹਾ ਸੀ। ਤੋਤੇ ਵੇਚਣ ਵਾਲਾ, ਉਹਦੇ ਕੋਲ ਦੋ ਤੋਤੇ ਸਨ ਤੇ ਰਾਜ ਭਾਗ ਕਰਨ ਵਾਲਾ ਰਾਜਾ ਵੀ ਤੋਤੇ ਦਾ ਬੜਾ ਸ਼ੌਕੀਨ ਸੀ। ਉਹ ਤੋਤਾ ਹਮੇਸ਼ਾ ਹੀ ਰੱਖਿਆ ਕਰਦਾ ਸੀ। ਉਸਨੇ ਤੋਤਾ ਹਮੇਸ਼ਾ ਹੀ ਰੱਖਿਆ ਕਰਨਾ ਤੇ ਆਪਣੇ ਵਜ਼ੀਰ ਨੂੰ ਕਹਿੰਦਾ ਕਿ ਮੇਰਾ ਤੋਤਾ ਮਰ ਗਿਆ, ਪਹਿਲਾ ਤੋਤਾ ਮਰ ਗਿਆ ਤੇ ਮੇਰੇ ਵਾਸਤੇ ਕੋਈ ਤੋਤਾ ਲੈ ਕੇ ਆਓ, ਤੋਤਾ ਲੈ ਕੇ ਆਓ। ਜਿਸ ਵੇਲੇ ਤੋਤਾ ਲੈਣ ਵਾਸਤੇ ਵਜ਼ੀਰ ਗਿਆ, ਤੋਤਾ ਕਿਧਰੇ ਲੱਭ ਨਹੀਂ ਰਿਹਾ। ਇੱਕ ਫਕੀਰ, ਇੱਕ ਸਾਧੂ ਜਿਹਦੇ ਕੋਲ ਉਹ ਤੋਤਾ ਸੀ, ਕਿਉਂਕਿ ਤੋਤੇ ਵੇਚਣ ਵਾਲੇ ਨੇ ਦੋਨੋਂ ਹੀ ਤੋਤੇ ਵੇਚ ਦਿੱਤੇ। ਇੱਕ ਆ ਗਿਆ ਸਾਧੂ ਦੇ ਕੋਲ ਤੋਤਾ ਤੇ ਇੱਕ ਕਿਸੇ ਹੋਰ ਦੇ ਕੋਲ। ਹੁਣ ਜਿਹੜਾ ਸਾਧੂ ਦੇ ਕੋਲ ਤੋਤਾ ਸੀ, ਵਜ਼ੀਰ ਕਹਿੰਦਾ ਕਿ ਇਹ ਤੋਤਾ ਮੈਨੂੰ ਦੇ ਦਿਓ।
ਇਹ ਤੋਤਾ ਮੈਨੂੰ ਦੇ ਦੇਵੋ। ਰਾਜਾ ਸਾਹਿਬ ਕਹਿੰਦੇ ਤੋਤਾ ਮੰਗਦੇ ਨੇ, ਕਹਿੰਦੇ ਕੋਈ ਨਹੀਂ, ਤੂੰ ਲੈ ਜਾ। ਕਹਿੰਦੇ ਤੁਸੀਂ ਵੇਖ ਲਿਓ, ਤੋਤੇ ਨੂੰ ਸਿਖਾਇਆ ਜਾਂਦਾ, ਤੋਤੇ ਨੂੰ ਸਿਖਾਇਆ ਜਾਂਦਾ, ਜੋ ਵੀ ਸਿਖਾਓ ਉਹੀ ਹੀ ਬੋਲਦਾ। ਅਸੀਂ ਅੰਮ੍ਰਿਤਸਰ ਦੇ ਵਿੱਚ ਅਸੀਂ ਇਹ ਗੱਲ ਆਮ ਕਈਆਂ ਨੇ ਵੇਖੀ ਹੋਵੇਗੀ ਕਿ ਉੱਥੇ ਬਾਬਾ ਦੀਪ ਸਿੰਘ ਕਲੋਨੀ ਦੇ ਵਿੱਚ ਇੱਕ ਤੋਤਾ ਕਿਸੇ ਨੇ ਰੱਖਿਆ ਹੋਇਆ। ਉਸ ਤੋਤੇ ਨੂੰ ਉਹ ਕਹਿੰਦੇ ਨੇ ਬੋਲ, ਕਹਿੰਦੇ ਧੰਨ ਧੰਨ ਬਾਬਾ ਦੀਪ ਸਿੰਘ ਜੀ। ਤੇ ਉਹ ਤੋਤਾ ਉਸੇ ਤਰ੍ਹਾਂ ਹੀ ਬੋਲਦਾ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ। ਫਿਰ ਉਸ ਨੂੰ ਕਹਿੰਦੇ ਨੇ ਕਿ ਤੂੰ ਬੋਲ, ਕਹਿੰਦੇ ਮੈਨੂੰ ਭੁੱਖ ਲੱਗੀ ਆ, ਮੈਨੂੰ ਖਾਣ ਵਾਸਤੇ ਕੁਝ ਦਿਓ। ਕਹਿੰਦੇ ਪਹਿਲਾਂ ਇਹ ਬੋਲ, ਧੰਨ ਧੰਨ ਬਾਬਾ ਦੀਪ ਸਿੰਘ ਜੀ। ਉਹ ਫੇਰ ਤੋਤਾ ਬੋਲਦਾ। ਮੈਂ ਤੇ ਆਨਾ ਉਹ ਭਾਗਾਂ ਵਾਲਾ ਪਰਿਵਾਰ ਹੈ ਜਿਨ੍ਹਾਂ ਨੇ ਪਿਆਰਿਓ ਬੱਚਿਆਂ ਨੂੰ ਇਸ ਪਾਸੇ ਲਾਉਣਾ ਹੀ ਬੜਾ ਔਖਾ, ਜਿਨ੍ਹਾਂ ਨੇ ਇੱਕ ਪੰਛੀ ਨੂੰ ਇਸ ਪਾਸੇ ਲਾ ਦਿੱਤਾ। ਉਹ ਪੰਛੀ ਹਰ ਵੇਲੇ ਇਹੋ ਹੀ ਬੋਲਦਾ, ਧੰਨ ਧੰਨ ਬਾਬਾ ਦੀਪ ਸਿੰਘ ਜੀ। ਉਹ ਪਰਿਵਾਰ ਆਪ ਕਿਤਨਾ ਕੁ ਜੁੜਿਆ ਹੋਵੇਗਾ ਬਾਬੇ ਦੀਪ ਸਿੰਘ ਜੀਆਂ ਦੇ ਨਾਲ, ਉਹ ਸ਼ਹੀਦਾਂ ਦੇ ਨਾਲ ਆਪ ਕਿਤਨਾ ਜੁੜਿਆ ਹੋਵੇਗਾ, ਤੇ ਤਾਂ ਹੀ ਬਾਬਾ ਦੀਪ ਸਿੰਘ ਜੀਆਂ ਦੇ ਨਾਲ ਜੋੜਦੇ ਨੇ। ਫਿਰ ਉਹ ਕਹਿੰਦੇ ਬੋਲ ਵਾਹਿਗੁਰੂ, ਫਿਰ ਉਹ ਵਾਹਿਗੁਰੂ ਬੋਲਦਾ ਹੈ। ਇਸੇ ਤਰ੍ਹਾਂ ਹੀ ਪਿਆਰਿਓ ਜਿਸ ਵੇਲੇ ਰਾਜੇ ਦੇ ਕੋਲ ਜਿਹੜਾ ਤੋਤਾ ਆਇਆ ਨਾ, ਉਹਨੇ ਜਦੋਂ ਅੰਮ੍ਰਿਤ ਵੇਲਾ ਹੋਣਾ ਤੇ ਉੱਠਦਿਆਂ ਸਾਰੀ ਤੋਤੇ ਨੇ ਇਹ ਗੱਲ ਕਹਿਣੀ, ਜਦੋਂ ਅੰਮ੍ਰਿਤ ਵੇਲੇ ਉੱਠਣਾ, ਰਾਜਾ ਸਾਹਿਬ ਰਾਣੀ ਸਾਹਿਬ ਉਠੋ ਉਠੋ, ਉਸਕੇ ਪਰਮੇਸ਼ਰ ਦਾ ਸਿਮਰਨ ਕਰੋ, ਉਠੋ ਉੱਠ ਕੇ ਪਰਮੇਸ਼ਰ ਦਾ ਸਿਮਰਨ ਕਰੋ। ਅੰਮ੍ਰਿਤ ਵੇਲਾ ਹੋ ਗਿਆ, ਜਾਗਣ ਦਾ ਵੇਲਾ ਹੋ ਗਿਆ, ਉਠੋ ਉਸਕੇ ਪਰਮੇਸ਼ਰ ਦਾ ਸਿਮਰਨ ਕਰੋ, ਬੰਦਗੀ ਕਰੋ, ਉਸ ਮਾਲਕ ਦੀ ਇਬਾਦਤ ਕਰੋ। ਹੁਣ ਜਿਸ ਵੇਲੇ ਤੋਤੇ ਨੇ ਬੋਲਣਾ ਤੇ ਰਾਜੇ ਨੇ ਵੀ ਉੱਠ ਪੈਣਾ ਤੇ ਰਾਣੀ ਨੇ ਵੀ ਉੱਠ ਪੈਣਾ। ਉਹਨਾਂ ਦੋਨਾਂ ਨੇ ਉੱਠ ਕਰਕੇ ਉਸ ਮਾਲਕ ਦਾ ਸ਼ੁਕਰਾਨਾ ਕਰਨਾ, ਮਾਲਕ ਦੇ ਚਰਨਾਂ ਦੇ ਨਾਲ ਜੁੜ ਜਾਣਾ। ਤੋਤੇ ਤੋਂ ਪਿਆਰਿਓ ਇਹ ਲਗਨ ਲੱਗ ਗਈ, ਤੋਤੇ ਤੋਂ ਇਹ ਲਗਨ ਲੱਗ ਗਈ। ਗਨਕਾਰ ਨੂੰ ਤੋਤੇ ਤੋਂ ਹੀ ਲੱਗੀ ਨਾ, ਬਖਸ਼ਿਸ਼ ਹੋ ਗਈ, ਰਹਿਮਤ ਹੋ ਗਈ ਇਤਨੀ ਵੱਡੀ। ਤੇ ਕਹਿੰਦੇ ਇਸੇ ਤਰ੍ਹਾਂ ਕਰਦਿਆਂ ਕਰਦਿਆਂ ਇਹਨਾਂ ਦੀ ਲਗਨ ਬੜੀ ਬਣ ਗਈ। ਸਾਰੇ ਪਰਿਵਾਰ ਦਾ, ਬੱਚਿਆਂ ਦਾ ਵੀ ਬੜਾ ਹੀ ਤੋਤੇ ਦੇ ਨਾਲ ਪਿਆਰ, ਬੜਾ ਲਗਾਓ ਕਿ ਉਹ ਅੰਮ੍ਰਿਤ ਵਾਲੇ ਵੇਲੇ ਸਾਰਿਆਂ ਨੂੰ ਉਠਾਲ ਦਿੰਦਾ। ਹਰ ਇੱਕ ਦੀ ਆਪੋ ਆਪਣੀ ਆਰਬਲਾ ਹੈ, ਪੰਛੀਆਂ ਦੀ ਵੀ ਆਪਣੀ ਆਰਬਲਾ, ਜਿਤਨੀ ਕਿ ਉਸ ਦੀ ਉਮਰਾ ਸੀ। ਪਿਆਰਿਓ ਉਹ ਤੋਤਾ ਮਰ ਗਿਆ। ਜਿਸ ਵੇਲੇ ਤੋਤਾ ਮਰ ਗਿਆ ਤੇ ਰਾਜੇ ਨੂੰ ਬੜਾ ਵਜੂਦ ਲੱਗਾ, ਰਾਣੀ ਨੂੰ ਬਹੁਤ ਵਜੂਦ ਲੱਗਾ। ਸਾਰਾ ਪਰਿਵਾਰ ਹੀ ਤੋਤੇ ਨੂੰ ਯਾਦ ਕਰਦੇ ਨੇ ਕਿ ਕਿਤਨਾ ਚੰਗਾ ਤੋਤਾ ਸੀ, ਅੰਮ੍ਰਿਤ ਵੇਲੇ ਸਾਨੂੰ ਸਾਰਿਆਂ ਨੂੰ ਉਠਾਲ ਦਿੰਦਾ ਸੀ। ਉੱਠ ਕੇ ਉੱਠਦਿਆਂ ਸਾਰੀ ਇਹ ਆਵਾਜ਼ ਕੰਨਾਂ ਦੇ ਵਿੱਚ ਪੈਂਦੀ ਸੀ, ਰਾਜਾ ਸਾਹਿਬ ਉਠੋ, ਰਾਣੀ ਜੀ ਉਠੋ, ਉੱਠ ਕੇ ਪਰਮੇਸ਼ਰ